ਹੈਲੋ एवरीवन। ਅੱਜ ਅਸੀਂ ਕਰਾਂਗੇ ਕਲਾਸ 9ਵੀਂ ਦਾ ਕਹਾਣੀ ਭਾਗ। ਕਹਾਣੀ ਸਾਡੇ ਕੋਲ ਹੈ ਬੱਸ ਕੰਡਕਟਰ। शुरू करते हैं आप बच्चों कहानी। ये जो कहानी है बच्चे, ये कहानी बस कंडक्टर है। ये दलीप कौर टिवाणा की लिखी हुई है। दलीप कौर टिवाणा द्वारा लिखी गई कहानी बस कंडक्टर असी पढ़ांगे। लेडी डॉक्टर पाली दी बदली नाभे तो पटियाले हो गई सी। उसदे घर दे बदली रुकवाउण दे यतन विच सन। इस करके पाली ने पटियाले विच पक्के तौर ते रहण दा फैसला ना कीता। वड्डे डॉक्टर तो इजाज़त लैके वो हर रोज़ बस राही नाभे तो पटियाले जाण आउण लगी। बसां विच गर्मी, भीड़, कंडक्टरां दी बेहुदा हरकतां ते असभ्य बोलां तो उसदा मन काला पै जांदा। पर जीत नां दे कंडक्टर दा उस नाल वतीरा बड़ा साऊ सी। लोग आपस ਵਿੱਚ ਉਸਦੇ ਪੇਸ਼ੇ ਤੇ ਤਨਖਾਹ ਬਾਰੇ ਗੱਲਾਂ ਪੁੱਛਦੇ ਤੇ ਕਰਦੇ। ਕਿਸੇ ਕਿਸੇ ਦੀ ਗੱਲ ਬੜੀ ਬੇਹੂਦਾ ਹੁੰਦੀ। ਇੱਕ ਦਿਨ ਇੱਕ ਆਵਾਜ਼ਾਂ ਕੱਸਣ ਵਾਲੇ ਬੰਦੇ ਨੂੰ ਜੀਤ ਨੇ ਬੱਸ ਤੋਂ ਹੇਠਾਂ ਉਤਾਰ ਦੇਣ ਦੀ ਧਮਕੀ ਦਿੱਤੀ। ਉਸਨੇ ਜਦੋਂ ਪਾਲੀ ਨੂੰ ਟਿਕਟ ਫੜਾਇਆ ਤਾਂ ਜੀਤ ਨੇ ਆਪਣੇ ਕੋਲ ਟੁੱਟੇ ਪੈਸੇ ਨਾ ਹੋਣ ਕਰਕੇ ਉਸ ਨੂੰ ਕਿਹਾ ਕਿ ਉਹ ਪੈਸੇ ਅਗਲੇ ਦਿਨ ਦੇ ਦੇਵੇ। ਪਰ ਉਸੇ ਜੀਤ ਨੇ ਅੱਗੇ ਅਸਾਂ ਦਾ ਨੋਟ ਕੱਢਣ ਵਾਲੀ ਇੱਕ ਬੁੱਢੀ ਨੂੰ ਕਿਹਾ ਕਿ ਉਹ ਉਤਰ ਕੇ ਪੈਸੇ ਬਣਾ ਕੇ ਲਿਆਵੇ। ਉਸ ਬੁੱਢੀ ਦੇ ਤਰਲਿਆਂ ਤੇ ਉਸਨੇ ਉਸ ਨੂੰ ਮਸਾਂ ਬੈਠਣ ਦਿੱਤਾ। ਪਟਿਆਲੇ ਦੀ ਚੁੰਗੀ ਲੰਘਣ ਮਗਰੋਂ ਕੰਡਕਟਰ ਨੇ ਡਰਾਈਵਰ ਨੂੰ ਕਹਿ ਕੇ ਬੱਸ ਲੀਲਾ ਭਵਨ ਵੱਲ ਮੁੜਵਾ ਲਈ। ਗੁਰਦੁਆਰੇ ਜਾਣ ਵਾਲੀਆਂ ਸਵਾਰੀਆਂ ਬੁੜਬੁੜਾਈਆਂ ਫੁੱਲ ਸਿਨੇਮੇ ਕੋਲ ਉਸਨੇ ਬੱਸ ਖੜੀ ਕਰਕੇ ਬਾਰੀ ਖੋਲ੍ਹਦਿਆਂ ਪਾਲੀ ਨੂੰ ਕਿਹਾ ਕਿ ਉਹ ਇੱਥੇ ਉਤਰ ਜਾਵੇ, ਇੱਥੋਂ ਹਸਪਤਾਲ ਨੇੜੇ ਰਹੇਗਾ। ਸ਼ਾਮੀ ਜਦੋਂ ਪਾਲੀ ਵਾਪਸ ਸਟੇਸ਼ਨ 'ਤੇ ਪੁੱਜੀ ਤਾਂ ਬੱਸ ਭਰ ਚੁੱਕੀ ਸੀ। ਬੜੀ ਔਖੀ ਹੋ ਕੇ ਪੌਣਾ ਘੰਟਾ ਉਸਨੇ ਦੂਸਰੀ ਬੱਸ ਦੀ ਉਡੀਕ ਕੀਤੀ। ਇੱਕ ਬੱਸ ਦਾ ਕੰਡਕਟਰ ਕਮੀਜ਼ ਦੇ ਬਟਨ ਖੋਲ੍ਹ ਕੇ ਅਵਾਰਾ ਫਿਲਮ ਦਾ ਗਾਣਾ ਗੁਣਗੁਣਾਉਂਦਾ ਉਸ ਕੋਲ ਲੰਘਿਆ। ਪਤਾ ਨਹੀਂ ਕਿਉਂ ਲੋਕ ਉਸ ਵੱਲ ਅੱਖਾਂ ਪਾੜ ਕੇ ਵੇਖ ਰਹੇ ਸਨ। ਅਗਲੇ ਦਿਨ ਫਿਰ ਜਦੋਂ ਉਹ ਨਾਭੇ ਅੱਡੇ ਉੱਤੇ ਪਹੁੰਚਾ ਤਾਂ ਬੱਸ ਫਿਰ ਭਰ ਚੁੱਕੀ ਸੀ। ਜੀਤ ਬਿਨਾਂ ਟਿਕਟੋਂ ਵਾਧੂ ਸਵਾਰੀਆਂ ਨੂੰ ਉਤਾਰ ਰਿਹਾ ਸੀ। ਉਸਨੇ ਪਾਲੀ ਦੇ ਕੋਲ ਆ ਕੇ ਕਿਹਾ ਕਿ ਅਗਲੀ ਸੀਟ ਤੋਂ ਝੋਲਾ ਚੁੱਕ ਕੇ ਉਸ ਉੱਪਰ ਬੈਠ ਜਾਵੇ। ਉਸਨੇ ਉਸ ਲਈ ਸੀਟ ਰੱਖੀ ਹੋਈ ਹੈ। ਕਈ ਘੂਰਦੀਆਂ ਨਜ਼ਰਾਂ ਕੋਲੋਂ ਲੰਘ ਕੇ ਪਾਲੀ ਸੀਟ ਉੱਪਰ ਜਾ ਬੈਠੀ ਤੇ ਕੰਡਕਟਰ ਨੇ ਬੱਸ ਝੱਟ ਚਲਾਉਣ ਦੀ ਘੰਟੀ ਵਜਾ ਦਿੱਤੀ। ਪਾਲੀ ਦੀ ਬਦਲੀ ਨੂੰ ਦੇਰ ਹੁੰਦੀ ਜਾ ਰਹੀ ਸੀ ਤੇ ਉਹ ਬੱਸ ਦੇ ਨਿੱਤ ਦੇ ਸਫ਼ਰ ਤੋਂ ਬਹੁਤ ਤੰਗ ਸੀ। ਇੱਕ ਦਿਨ ਜਦੋਂ ਪਾਲੀ ਟਿਕਟ ਦੇ ਪੈਸੇ ਦੇਣ ਲੱਗੀ ਤਾਂ ਜੀਤ ਨੇ ਨਾ ਲਏ ਤੇ ਅੱਗੇ ਲੰਘ ਗਿਆ। ਪਾਲੀ ਨੇ ਝਗੜਾ ਕਰਨਾ ਠੀਕ ਨਾ ਸਮਝਿਆ ਤੇ ਚੁੱਪ ਕਰਕੇ ਬੈਠ ਗਈ, ਪਰ ਹੈਰਾਨ ਸੀ ਕਿ ਉਸ ਕੰਡਕਟਰ ਨੇ ਉਸ ਕੋਲੋਂ ਪੈਸੇ ਕਿਉਂ ਨਹੀਂ ਲਏ। ਉਸਨੂੰ ਇਹ ਗੱਲ ਚੰਗੀ ਨਾ ਲੱਗੀ। ਅਗਲੇ ਦਿਨ ਉਹ ਜਾਣ ਕੇ 5 ਮਿੰਟ ਲੇਟ ਗਈ। ਉਸਨੇ ਸੋਚਿਆ ਸੀ ਕਿ ਅੱਜ ਉਹ ਪੀਪਲ ਬੱਸ 'ਤੇ ਨਹੀਂ ਪੈਪਸੂ ਰੋਡਵੇਜ਼ 'ਤੇ ਜਾਵੇਗੀ, ਪਰ ਉਹ ਹੈਰਾਨ ਸੀ ਕਿ ਡਰਾਈਵਰ ਬੱਸ ਸਟਾਰਟ ਕਰੀ ਖੜਾ ਸੀ ਤੇ ਕੰਡਕਟਰ ਨੂੰ ਆਵਾਜ਼ਾਂ ਮਾਰ ਰਿਹਾ ਸੀ। ਕੰਡਕਟਰ ਹੌਲੀ ਹੌਲੀ ਆਉਂਦਾ ਹੋਇਆ ਕਹਿ ਰਿਹਾ ਸੀ ਕਿ ਉਹ ਕਾਹਲੀ ਕਿਉਂ ਪਾ ਰਿਹਾ ਹੈ। ਇੰਨੇ ਨੂੰ ਪਾਲੀ ਪਹੁੰਚ ਗਈ। ਉਸਨੇ ਤਾਕੀ ਖੋਲ੍ਹਦਿਆਂ ਉਸਨੂੰ ਬੱਸ ਦੀ ਅਗਲੀ ਸੀਟ ਉੱਪਰ ਚੱਲ ਕੇ ਬੈਠਣ ਲਈ ਕਿਹਾ। ਇਹ ਦੇਖ ਕੇ ਹਰ ਰੋਜ਼ ਨਾਭੇ ਤੋਂ ਜਾਣ ਵਾਲੇ ਕਲਰਕ ਨੇ ਕਿਹਾ, ਮੇਮ ਸਾਹਿਬਾ ਤੋਂ ਬਿਨਾਂ ਬੱਸ ਕਿਵੇਂ ਤੁਰ ਪੈਂਦੀ। ਜੀਤ ਨੇ ਉਸ ਵੱਲ ਘੂਰ ਕੇ ਦੇਖਿਆ। ਇਸ ਦਿਨ ਵੀ ਜੀਤ ਨੇ ਪਾਲੀ ਤੋਂ ਟਿਕਟ ਦੇ ਪੈਸੇ ਨਾ ਲਏ। ਪਾਲੀ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਆਇਆ। ਉਹ ਸੋਚ ਰਹੀ ਸੀ ਕਿ ਕੰਡਕਟਰ ਆਪਣੀ ਕੰਪਨੀ ਨਾਲ ਬੇਈਮਾਨੀ ਵਿੱਚ ਉਸ ਨੂੰ ਵੀ ਹਿੱਸੇਦਾਰ ਬਣਾ ਰਿਹਾ ਹੈ। ਇੰਨੇ ਨੂੰ ਬੱਸ ਰੋਕ ਕੇ ਇੱਕ ਚੈਕਰ ਆ ਚੜ੍ਹਿਆ। ਉਹ ਸਭ ਦੀਆਂ ਟਿਕਟਾਂ ਦੇਖ ਰਿਹਾ ਸੀ ਤੇ ਪਾਲੀ ਘਬਰਾ ਗਈ। ਉਹ ਆਪਣੇ ਕੋਲ ਟਿਕਟ ਨਾ ਹੋਣ ਨੂੰ ਬੜੀ ਸ਼ਰਮ ਦੀ ਗੱਲ ਸਮਝ ਰਹੀ ਸੀ। ਇਸੇ ਦੁਚਿੱਤੀ ਵਿੱਚ ਘਿਰੀ ਹੋਈ ਸੀ ਕਿ ਉਹ ਕੰਡਕਟਰ ਦੇ ਖਿਲਾਫ ਸ਼ਿਕਾਇਤ ਕਰੇ ਜਾਂ ਨਾ ਕਰੇ ਕਿ ਚੈਕਰ ਉਸਦੇ ਕੋਲ ਆ ਗਿਆ।
ਜੀਤ ਨੇ ਆਪਣੀ ਜੇਬ ਵਿੱਚੋਂ ਟਿਕਟ ਕੱਢ ਕੇ ਚੈਕਰ ਨੂੰ ਦਿਖਾਇਆ ਤੇ ਕਿਹਾ, ਇਹ ਬੀਬੀ ਮੇਰੀ ਭੈਣ ਏ, ਇਹਨਾਂ ਦਾ ਟਿਕਟ ਮੇਰੇ ਕੋਲ ਏ। ਚੈਕਰ ਨੇ ਭਾਵੇਂ ਮਨ ਵਿੱਚ ਫਟੇ ਹੋਏ ਖਾਕੀ ਕੱਪੜਿਆਂ ਵਾਲੇ ਕੰਡਕਟਰ ਦੀ ਕੀਮਤੀ ਸਾੜੀ ਵਾਲੀ ਡਾਕਟਰਨੀ ਸੰਬੰਧੀ ਕਹੀ ਗੱਲ ਉੱਪਰ ਵਿਸ਼ਵਾਸ ਨਾ ਕੀਤਾ, ਪਰ ਤਾਂ ਵੀ ਉਹ ਅੱਖਾਂ ਵਿੱਚ ਮੁਸਕਰਾ ਕੇ ਹੇਠਾਂ ਉਤਰ ਗਿਆ। ਪਾਲੀ ਹੈਰਾਨ ਸੀ ਕਿ 60 ਰੁਪਇਆਂ ਉੱਪਰ ਗੁਜ਼ਾਰਾ ਕਰਨ ਵਾਲਾ ਕੰਡਕਟਰ ਕਿਉਂ ਉਸਦੀ ਟਿਕਟ ਦੇ ਪੈਸੇ ਪੂਰੇ ਕਰਦਾ ਹੈ। ਉਹ ਹਸਪਤਾਲ ਵਿੱਚ ਇਹ ਗੱਲ ਸੋਚ ਕੇ ਬੜੀ ਬੇਚੈਨ ਰਹੀ। ਸ਼ਾਮੀਂ ਜਦੋਂ ਉਹ ਅੱਡੇ ਉੱਪਰ ਪਹੁੰਚੀ ਤਾਂ ਜੀਤ ਨੇ ਉਸ ਕੋਲ ਆ ਕੇ ਦੱਸਿਆ ਕਿ ਉਸ ਦੀ ਵੱਡੀ ਭੈਣ ਅਮਰਜੀਤ ਲਾਹੌਰ ਵਿੱਚ ਡਾਕਟਰੀ ਪੜ੍ਹਦੀ ਸੀ। ਹੱਲਿਆਂ ਵਿੱਚ ਉਹ ਮਾਰੀ ਗਈ ਤੇ ਘਰ ਦੇ ਬਾਕੀ ਬੰਦੇ ਵੀ ਮਾਰੇ ਗਏ। ਉਹ ਆਪ ਰੁਲਦਾ ਖੁਲਦਾ ਇੱਧਰ ਪੁੱਜਾ ਤੇ ਰੋਟੀ ਤੋਂ ਤੰਗ ਆਇਆ ਕੰਡਕਟਰੀ ਕਰਨ ਲੱਗਾ। ਪਾਲੀ ਦਾ ਬੈਗ ਤੇ ਟੂਟੀਆਂ ਵੇਖ ਕੇ ਉਸਨੂੰ ਆਪਣੀ ਭੈਣ ਯਾਦ ਆ ਗਈ। ਇਹ ਕਹਿ ਕੇ ਉਸ ਦਾ ਗਲਾ ਭਰ ਆਇਆ। ਇਹ ਸੁਣ ਕੇ ਪਾਲੀ ਬਹੁਤ ਬੇਚੈਨ ਹੋਈ। ਉਸਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕੀ ਆਖੇ। ਇੰਨੇ ਨੂੰ ਬੱਸ ਆ ਗਈ। ਜੀਤ ਉੱਧਰ ਤੁਰ ਪਿਆ ਤੇ ਪਾਲੀ ਉਸਨੂੰ ਜਾਂਦੇ ਨੂੰ ਡਾਢੀਆਂ ਮੋਹ ਭਿੱਜੀਆਂ ਅੱਖਾਂ ਨਾਲ ਤੱਕਦੀ ਰਹੀ। ਇਹ ਸੀ ਬੱਚੇ ਕਹਾਣੀ ਬੱਸ ਕੰਡਕਟਰ, ਜੋ ਕਿ ਦਲੀਪ ਕੌਰ ਟਿਵਾਣਾ ਦੁਆਰਾ ਲਿਖੀ ਗਈ ਹੈ। ਤੁਸੀਂ ਬੱਚੇ ਇਸ ਦੇ ਕੁਐਸਚਨ ਆਨਸਰ ਪੱਕੀ ਕਾਪੀ ਉੱਤੇ ਕਰਨੇ ਆ ਤੇ ਇਹਨਾਂ ਨੂੰ ਯਾਦ ਵੀ ਕਰਨਾ ਹੈ।